ਹੈਲੋ ਜੀ, ਸਵਾਗਤ ਹੈ ਸਾਰਿਆਂ ਦਾ ਸੈਕੂਲਰ ਜ਼ੋਨ ਚੈਨਲ ਤੇ। ਮੇਰਾ ਨਾਮ ਚਰਨਜੀਤ ਖੋਜੀ ਤੁਹਾਡੀ ਸਾਰਿਆਂ ਦੀ ਸੇਵਾ ਵਿੱਚ ਇੱਕ ਛੋਟਾ ਜਿਹਾ ਐਪੀਸੋਡ ਹਾਜ਼ਰ ਹੈ। ਤੇ ਆਓ ਪਹਿਲਾਂ ਆਪਾਂ ਸੁਣਦੇ ਹਾਂ ਇੱਕ ਵੀਡੀਓ ਜੋ ਪੌਲ ਮਸੀਹ ਜੀ ਨੇ ਭੇਜੀ ਹੈ। ਉਹਨਾਂ ਨੇ ਮੇਰੇ ਸਵਾਲ ਦਾ ਜਵਾਬ ਦਿੱਤਾ। ਆਓ ਪਹਿਲਾਂ ਇਹ ਸੁਣਦੇ ਹਾਂ, ਫਿਰ ਅੱਗੇ ਚੱਲਦੇ ਹਾਂ। ਸੋ ਮੈਂ ਪਾਲ ਮਸੀਹ ਕੁਝ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਜੋ ਚਰਨਜੀਤ ਖੋਜੀ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਪ੍ਰਭੂ ਯਿਸੂ ਮਸੀਹ ਦਾ ਪ੍ਰਣਾਮ ਦਿਓ ਕਿ ਉਹ ਹੈ। ਸੋ ਮੈਂ ਖੋਜੀ ਸਾਹਿਬ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਅਸੀਂ ਦੇਖਦੇ ਹਾਂ ਕਿ ਸਾਰਾ ਸੰਸਾਰ ਮੌਤ ਦੇ ਨਾਲ ਲੜ ਰਿਹਾ ਹੈ, ਦੁੱਖ ਦੀ ਘੜੀ ਵਿੱਚ ਗੁਜ਼ਰ ਰਿਹਾ ਹੈ, ਪਰ ਤੁਸੀਂ ਕਿਸ ਪਾਸੇ ਨੂੰ ਤੁਰ ਪਏ ਹੋ। ਸੋ ਅੱਜ ਕਿਸ ਚੀਜ਼ ਦੀ ਜ਼ਰੂਰਤ ਹੈ? ਜ਼ਰੂਰਤ ਇਹ ਹੈ ਕਿ ਅਸੀਂ ਸ੍ਰਿਸ਼ਟੀਕਰਤਾ ਪਰਮੇਸ਼ਰ ਅੱਗੇ ਅਰਦਾਸ ਕਰੀਏ, ਬੇਨਤੀ ਕਰੀਏ ਕਿ ਸਾਨੂੰ ਮਹਾਮਾਰੀ ਰੋਗ ਤੋਂ ਛੁਟਕਾਰਾ ਮਿਲ ਸਕੇ। ਸੋ ਤੁਸੀਂ ਕਹਿੰਦੇ ਹੋ ਕਿ ਸਾਨੂੰ ਪ੍ਰਣਾਮ ਚਾਹੀਦਾ, ਚਲੋ ਠੀਕ ਹੈ, ਪ੍ਰਣਾਮ ਵੀ ਤੁਹਾਨੂੰ ਮਿਲ ਜਾਏਗਾ, ਪਰ ਤੁਸੀਂ ਇੱਕ ਬਹੁਤ ਦਾਅਵੇ ਨਾਲ ਕਹਿ ਰਹੇ ਹੋ ਕਿ ਇਹਨੂੰ ਜਿੰਨਾ ਹੋ ਸਕੇ ਸ਼ੇਅਰ ਕਰੋ। ਇਸ ਤਰ੍ਹਾਂ ਬੜਾ ਜ਼ੋਰ ਲਾ ਰਹੇ ਜਿਸ ਤਰ੍ਹਾਂ ਕਿ ਤੁਸੀਂ ਬਹੁਤ ਵੱਡਾ ਜੰਗ ਜਿੱਤ ਲਿਆ ਹੋਵੇ। ਸੋ ਮੈਂ ਨਹੀਂ ਇਹ ਵਾਦ ਵਿਵਾਦ ਵਿੱਚ ਪੈਣਾ ਚਾਹੁੰਦਾ ਕਿਉਂਕਿ ਸਮਾਂ ਬਹੁਤ ਨਾਜ਼ੁਕ ਹੈ, ਪਰ ਜੇ ਤੁਸੀਂ ਪ੍ਰਣਾਮ ਪੁੱਛਿਆ ਹੈ ਤੇ ਪ੍ਰਣਾਮ ਵੀ ਤੁਹਾਨੂੰ ਮਿਲ ਜਾਏਗਾ। ਕੁਝ ਸਮਾਂ ਪਹਿਲਾਂ, ਬਹੁਤ ਦੇਰ ਪਹਿਲਾਂ ਕਿ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਆ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਆਪਣੇ ਸ਼ਕਤੀਸ਼ਾਲੀ ਵਚਨਾਂ ਤੋਂ ਕੀਤੀ ਆ, ਸ਼ਬਦ ਦੇ ਦੁਆਰਾ। ਉਹ ਸ਼ਬਦ ਕੌਣ ਹੈ? ਆਓ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਅਸੀਂ ਦੇਖਾਂਗੇ। ਯੂਹੰਨਾ 1:1 ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ। ਸੁਣਾ, ਸ਼ਬਦ ਦੇ ਦੁਆਰਾ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਉਹ ਸ਼ਬਦ ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਰ ਦੇ ਨਾਲ ਸੀ, ਸ਼ਬਦ ਹੀ ਪਰਮੇਸ਼ਰ ਸੀ। ਠੀਕ ਹੈ। ਸੋ ਹੁਣ ਅਸੀਂ ਇੱਕ ਹੋਰ ਆਇਤ ਪੜ੍ਹਦੇ ਹਾਂ, ਇਸੇ ਦੀ ਯੂਹੰਨਾ 1:14 ਪੜ੍ਹਦੇ ਹਾਂ। ਸ਼ਬਦ ਦੇਹਧਾਰੀ ਹੋ ਗਿਆ ਅਤੇ ਸਾਡੇ ਵਿੱਚ ਰਿਹਾ, ਅਸੀਂ ਉਸ ਦੀ ਮਹਿਮਾ ਦੇਖੀ, ਉਹ ਮਹਿਮਾ ਜੋ ਪਿਤਾ ਦੇ ਇਕਲੌਤੇ ਪੁੱਤਰ ਦੀ ਹੈ, ਜੋ ਕਿਰਪਾ ਤੇ ਸੱਚਾਈ ਨਾਲ ਭਰਪੂਰ ਹੈ। ਸੋ ਪਰ ਤੁਸੀਂ ਸੁਣਿਆ ਨਾ ਹੁਣ ਕੋਈ ਸ਼ਬਦ, ਕਿਹੜਾ ਸ਼ਬਦ? ਜਿਸ ਸ਼ਬਦ ਦੇ ਦੁਆਰਾ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਉਹ ਹੀ ਸ਼ਬਦ ਦੇਹਧਾਰੀ ਹੋਇਆ। ਉਹ ਪ੍ਰਭੂ ਯਿਸੂ ਮਸੀਹ ਦੇਹਧਾਰੀ ਹੋ ਕੇ ਸਾਡੇ ਵਿੱਚ ਵਾਸ ਉਹਨੇ ਕੀਤਾ। ਸੋ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਉਸ ਤੋਂ ਬਾਅਦ ਆਦਮੀ ਦੀ ਰਚਨਾ ਕੀਤੀ ਆ, ਉਦੋਂ ਕੀ ਆ, ਪਰਮੇਸ਼ਰ ਨੇ ਆਪਣੇ ਸ਼ਬਦ ਦੇ ਦੁਆਰਾ ਹੀ ਮਿੱਟੀ ਤੋਂ ਆਦਮੀ ਦੀ ਰਚਨਾ ਕੀਤੀ ਹੈ। ਅਸੀਂ ਪੜ੍ਹਾਂਗੇ ਪੁਰਾਣੇ ਨੇਮ ਦੇ ਵਿੱਚ ਪਹਿਲੀ ਬੁੱਕ ਉਤਪਤੀ, ਉਹਦਾ 2:7 ਆਇਤ ਪੜ੍ਹਾਂਗੇ। ਯਹੋਵਾ ਪਰਮੇਸ਼ਵਰ ਨੇ ਮਨੁੱਖ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਇਸ ਤਰ੍ਹਾਂ ਮਨੁੱਖ ਜਿਉਂਦਾ ਪ੍ਰਾਣੀ ਬਣ ਗਿਆ। ਸੋ ਸੁਣਿਆ, ਪਰਮੇਸ਼ਰ ਨੇ ਜਿਹੜਾ ਸ਼ਬਦ ਸਾਹ, ਜਿਹੜਾ ਪਰਮੇਸ਼ਰ ਨੇ ਆਦਮੀ ਦੇ ਵਿੱਚ ਫੂਕਿਆ, ਉਹ ਜਿਉਂਦਾ ਪ੍ਰਾਣੀ ਬਣ ਗਿਆ ਜਦ ਆਦਮੀ ਦੀ ਰਚਨਾ ਪਰਮੇਸ਼ਰ ਨੇ ਕੀਤੀ। ਸੋ ਹਰ ਇੱਕ ਇਨਸਾਨ ਜਿਹੜਾ ਮਨੁੱਖ ਆ, ਉਹਦੇ ਵਿੱਚ ਕੌਣ ਬੋਲਦਾ? ਪ੍ਰਭੂ ਯਿਸੂ ਮਸੀਹ ਬੋਲਦਾ, ਉਹ ਸ਼ਬਦ ਜਿਹੜਾ। ਠੀਕ ਹੈ। ਸੋ ਦੂਸਰੀ ਗੱਲ ਤੁਸੀਂ ਇਹ ਕਹੀ ਕਿ ਜਿਹੜੀ ਤੁਸੀਂ ਵੀਡੀਓ ਪਾਈ ਆ, ਤੁਸੀਂ ਕਿਹਾ ਅੰਕਲ ਨਰੂਲਾ ਜੀ ਨੇ ਇਹ ਭਵਿੱਖਬਾਣੀ ਕੀਤੀ। ਸੋ ਤੁਸੀਂ ਧਿਆਨ ਨਾਲ ਦੇਖੋ ਥੋੜਾ ਜਿਹਾ, ਉਹ ਪਾਸਟਰ ਅੰਕਲ ਨਰੂਲਾ ਜੀ ਨਹੀਂ ਹੈ, ਬਲਕਿ ਪਾਸਟਰ ਬਲਜਿੰਦਰ ਜੀ ਆ, ਜਿਨ੍ਹਾਂ ਨੇ ਭਵਿੱਖਬਾਣੀ ਕੀਤੀ ਹੈ। ਸੋ ਉਹਨਾਂ ਦੀਆਂ ਭਵਿੱਖਬਾਣੀਆਂ ਸੱਚ ਹੁੰਦੀਆਂ ਨੇ ਕਿਉਂਕਿ ਉਹ ਆਪ ਵੱਲੋਂ ਨਹੀਂ ਬੋਲਦੇ, ਉਹ ਪਰਮੇਸ਼ਰ ਵੱਲੋਂ ਬੋਲਦੇ, ਜੋ ਉਹਨਾਂ ਨੂੰ ਪਰਮੇਸ਼ਰ ਦੱਸਦਾ। ਠੀਕ ਹੈ। ਸੋ ਖੋਜੀ ਸਾਹਿਬ, ਸਮਾਂ ਬਹੁਤ ਨਾਜ਼ੁਕ ਹੈ, ਸਾਨੂੰ ਇਹਨਾਂ ਗੱਲਾਂ ਦੇ ਵਾਦ ਵਿਵਾਦ ਵਿੱਚ ਪਾਉਣ ਦੀ ਲੋੜ ਨਹੀਂ ਹੈ, ਕਿਉਂਕਿ ਮਹਾਮਾਰੀ ਤੋਂ ਪਹਿਲਾਂ
ਇਹੀ ਤਾਂ ਕੰਮ ਚੱਲ ਰਿਹਾ ਸੀ। ਜਾਤੀ ਪਾਤੀ ਧਰਮ ਦੇ ਨਾਂ ਤੇ ਰਾਜਨੀਤੀਆਂ, ਇਹ ਸਭ ਕੁਝ ਚੱਲਦਾ ਸੀ। ਸੋ ਹੁਣ ਕੀ ਸਮਾਂ ਹੈ? ਹੁਣ ਸਮਾਂ ਜਿਹੜਾ ਹੈ, ਸਾਨੂੰ ਪਰਮੇਸ਼ਰ ਦੇ ਸ੍ਰਿਸ਼ਟੀਕਰਤਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਸਾਨੂੰ ਪਰਮੇਸ਼ਰ ਇਸ ਮਹਾਮਾਰੀ ਤੋਂ ਛੁਟਕਾਰਾ ਦੇ। ਸੋ ਇਹ ਸਮਾਂ ਨਹੀਂ ਹੈ ਵਾਦ ਵਿਵਾਦ ਦਾ। ਸੋ ਬਹੁਤ ਸਾਰੇ ਪਹਿਲਾਂ ਵੀ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਤੇ ਟਿੱਪਣੀਆਂ ਕੀਤੀਆਂ, ਪਰ ਉਹ ਝੂਠੇ ਸਾਬਤ ਹੋਏ। ਅਖੀਰ ਨੂੰ ਉਹਨਾਂ ਨੂੰ ਮਾਫੀ ਮੰਗਣੀ ਪਈ। ਸੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਖੁਦ ਜੀ ਸਾਹਿਬ, ਤੁਸੀਂ ਬਹੁਤ ਸਿਆਣੇ ਬੰਦੇ ਹੋ, ਸੂਝਵਾਨ ਹੋ। ਸੋ ਸਾਨੂੰ ਫਿਰ ਤੋਂ ਮੈਂ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਸਾਰੇ ਸੀ ਪਰਮੇਸ਼ਰ ਅੱਗੇ, ਉਹ ਸ੍ਰਿਸ਼ਟੀਕਰਤਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਾਨੂੰ ਪਰਮੇਸ਼ਰ ਇਹਨਾਂ ਤੋਂ ਛੁਟਕਾਰਾ ਦੇ। ਹਾਂਜੀ ਸਾਹਿਬਾਨ, ਤੁਸੀਂ ਵੀਡੀਓ ਦੇਖ ਲਈ। ਪਾਲ ਮਸੀਹ ਹੈ ਨੇ। ਬਹੁਤ ਬਹੁਤ ਧੰਨਵਾਦ ਪਾਲ ਭਾਜੀ ਤੁਹਾਡਾ। ਤੇ ਤੁਸੀਂ ਕਿਹਾ ਸੀ ਕਿ ਮੈਂ ਮਿਕਸ ਅਪ ਕਰ ਲਿਆ ਆਪਣਾ ਓਮਕਾਰ ਨਰੂਲਾ ਸਾਹਿਬ ਨੂੰ ਤੇ ਬਲਜਿੰਦਰ ਪ੍ਰੋਫਿਟ ਨੂੰ। ਹਾਂਜੀ, ਮੈਨੂੰ ਪਤਾ ਲੱਗ ਗਿਆ ਸੀ, ਉਦੋਂ ਹੀ ਪਤਾ ਲੱਗ ਗਿਆ ਸੀ। ਤੇ ਖੈਰ ਉਹਦੇ ਨਾਲ ਕੋਈ ਜ਼ਿਆਦਾ ਏਡਾ ਵੱਡਾ ਮੈਂ ਕਿਹਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਓਮਕਾਰ ਨਰੂਲਾ, ਬਲਜਿੰਦਰ ਪ੍ਰੋਫਿਟ ਸਾਹਿਬ, ਇਹਨਾਂ ਦੋਨਾਂ ਦੀਆਂ ਜਿਹੜੀਆਂ ਪ੍ਰੋਫੈਸੀਜ਼ ਫੇਲ ਹੋ ਗਈਆਂ ਨੇ। ਬਲਜਿੰਦਰ ਪ੍ਰੋਫਿਟ ਨੇ ਤਾਂ ਆਪਣੀ ਵੀਡੀਓ ਹਟਾ ਲਈ ਸੀ, ਫੇਸਬੁੱਕ ਤੇ ਸੀ ਮੇਰੇ ਖਿਆਲ ਤੇ ਜਾਂ ਟਵਿੱਟਰ ਤੇ ਸੀ, ਕਿ ਮਾਰਚ ਤੱਕ ਜਿਹੜਾ ਉਹ ਕਰੋਨਾ ਖਤਮ ਹੋ ਜਾਏਗਾ। ਉਹ ਨਹੀਂ ਹੋਇਆ। ਤੇ ਓਮਕਾਰ ਨਰੂਲਾ ਸਾਹਿਬ ਕਹਿੰਦੇ ਸਨ ਕਿ ਮੈਂ ਚਿੱਤਰ ਮਾਰ ਕੇ ਭਜਾ ਦਿਆਂਗਾ ਪੰਜਾਬ ਤੋਂ ਤੇ ਇੰਡੀਆ ਤੋਂ। ਤੇ ਉਹਨਾਂ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਨੇ, ਮੈਂ ਕੱਲੇ ਵਿਸ਼ੇ ਤੇ ਵੀਡੀਓ ਬਣਾ ਕੇ ਸ਼ੇਅਰ ਕਰਾਂਗਾ। ਖੈਰ ਉਹ ਫੇਲ ਹੋ ਚੁੱਕਾ ਸਾਰਾ ਕੁਝ, ਉਹ ਨਹੀਂ ਖਤਮ ਹੋਇਆ। ਇਟਲੀ ਦੇ ਵਿੱਚ ਬਹੁਤ ਸਾਰੇ, ਹੋਰ ਥਾਵਾਂ 'ਤੇ ਵੀ, ਅਮਰੀਕਾ 'ਚ ਵੀ ਬਹੁਤ ਸਾਰੇ ਪਾਸਟਰਸ ਦੀ ਕਰੋਨਾ ਨਾਲ ਮੌਤ ਵੀ ਹੋ ਚੁੱਕੀ ਆ। ਉਹਨਾਂ ਲਈ ਮੈਂ ਅਫਸੋਸ ਜ਼ਾਹਰ ਕਰਦਾ। ਅਫਸੋਸ ਹੈ, ਕਿਉਂਕਿ ਮੇਰੇ ਵਾਸਤੇ ਤਾਂ ਸਾਰੇ ਇੱਕੋ ਜਿਹੇ ਨੇ। ਆਓ ਹੁਣ ਆਪਾਂ ਪ੍ਰੋਫੈਸੀ ਦੀ ਗੱਲ ਹੀ ਤੁਸੀਂ ਕੀਤੀ ਹੈ, ਤੇ ਕਿਉਂਕਿ ਤੁਹਾਡੀ ਵੀਡੀਓ ਜਿਹੜੀ ਹੈ ਨਾ, ਤੁਸੀਂ ਬਹੁਤ ਉਹਦੇ ਵਿੱਚ ਹੋਰ ਸਵਾਲ ਉਠਾ ਦਿੱਤੇ, ਤੇ ਮੈਂ ਕੱਲੀ ਦੇ ਵਚਨ ਤੇ ਵੀਡੀਓ ਬਣਾਵਾਂਗਾ। ਅੱਜ ਆਪਾਂ ਪ੍ਰੋਫੈਸੀ ਦੀ ਗੱਲ ਹੀ ਕਰ ਲੈਂਦੇ ਹਾਂ। ਤਾਂ ਪ੍ਰੋਫੈਸੀ ਤੁਸੀਂ ਕਹਿੰਦੇ ਆ ਕਿ ਬਲਜਿੰਦਰ ਪਾਸਟਰ ਨੂੰ ਆਉਂਦੀ ਹੈ ਜੀ, ਉਹ ਯਿਸੂ ਮਸੀਹ ਵੱਲੋਂ, ਤੇ ਉਹੀ ਬੋਲਦੇ ਨੇ। ਤੁਹਾਨੂੰ ਇਹ ਵੀ ਪਤਾ ਕਿ ਬਲਜਿੰਦਰ ਪਾਸਟਰ ਤੇ ਇੱਕ ਕੇਸ ਵੀ ਹੋ ਚੁੱਕਿਆ, ਉਹਦਾ ਤੁਹਾਨੂੰ ਪਤਾ ਨਾ, ਕਿ ਉਹਨਾਂ ਨੂੰ ਕੋਈ ਪਹਿਲਾਂ ਪ੍ਰੋਫੈਸੀ ਨਹੀਂ ਹੋਈ। ਖੈਰ ਉਹਨਾਂ ਦਾ ਆਪਣੀ ਲਾਈਫ ਦਾ ਮਸਲਾ, ਕੋਈ ਗੱਲ ਨਹੀਂ। ਤੁਸੀਂ ਯੂਹੰਨਾ ਦੀ ਅੰਜੀਲ ਖੋਲੋ ਜੀ, ਕਿਉਂਕਿ ਤੁਸੀਂ ਯੂਹੰਨਾ ਤੋਂ ਸ਼ੁਰੂ ਕੀਤੀ ਸੀ। ਯੂਹੰਨਾ 12 ਅਧਿਆਇ ਤੇ ਬਚਨ ਪੜੋ ਜੀ 32। ਯਿਸੂ ਮਸੀਹ ਵੱਲੋਂ ਲਿਖਿਆ ਗਿਆ, ਯਿਸੂ ਮਸੀਹ ਵੱਲੋਂ ਬਾਈਬਲ ਦੇ ਵਿੱਚ ਇੱਦਾਂ ਲਿਖਿਆ ਗਿਆ, ਮੈਂ ਵੀ ਇਸ ਸੰਸਾਰ ਤੋਂ ਉੱਚਾ ਕੀਤਾ ਜਾਵਾਂਗਾ, ਅਤੇ ਜਦੋਂ ਇਉਂ ਹੋਵੇਗਾ ਤਾਂ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ। ਥੱਲੇ ਇੰਗਲਿਸ਼ ਵੀ ਤੁਹਾਡੇ ਕੋਲ ਹੈ, ਹਿੰਦੀ ਵੀ ਕੋਲ ਹੈ, ਉਹ ਪੜ੍ਹ ਲਓ ਜੀ। ਇੰਗਲਿਸ਼ ਵਿੱਚ ਦਰਅਸਲ ਵਚਨ ਇਸ ਤਰ੍ਹਾਂ ਹੈ ਕਿ when I am lifted up from the earth I will draw everyone to myself, ਕਿ ਜਦੋਂ ਮੈਂ ਉੱਚਾ ਉੱਠਾਂਗਾ, ਉੱਚਾ ਉਠਾਇਆ ਜਾਵਾਂਗਾ ਨਹੀਂ ਹੈ, ਜਦ ਮੈਂ ਉੱਚਾ ਉੱਠਾਂਗਾ ਤਾਂ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਵਾਂਗਾ। ਹਿੰਦੀ 'ਚ ਵੀ ਪੜ੍ਹ ਲਓ ਜੀ। ਯਦि मैं यदि पृथ्वी पर से ऊंचे पर चढ़ाया जाऊंगा तो सबको अपने पास खींच लूँगा जी। ਹੁਣ ਜਿਵੇਂ ਜੇ ਬਾਈਬਲ ਦੇ ਹਿਸਾਬ ਨਾਲ ਦੇਖੀਏ ਤਾਂ 2000 ਸਾਲ ਪੁਰਾਣੇ ਸ਼ਬਦ ਨੇ ਜੀ। ਹਾਲੇ ਤੱਕ ਤਾਂ ਅੱਧੇ ਬੰਦਿਆਂ ਨੂੰ ਵੀ ਉਹ ਆਪਣੇ ਵੱਲ ਨਹੀਂ ਖਿੱਚ ਸਕੇ। ਸੇ ਸਾਫ਼ ਲਿਖਿਆ ਮੈਂ ਆਪਣੇ ਵੱਲ ਖਿੱਚ ਲਵਾਂਗਾ, ਤਾਂ ਇਹ ਪ੍ਰੋਫੈਸੀ ਝੂਠ ਹੈ। ਦੁਨੀਆ ਦੇ ਚੌਥਾ ਹਿੱਸਾ ਲੋਕਾਂ ਨੂੰ ਵੀ ਆਪਣੇ ਵੱਲ ਨਹੀਂ ਖਿੱਚ ਸਕੇ। ਇਸ ਵੇਲੇ ਪੋਜੀਸ਼ਨ ਇਹ ਹੈ ਕਿ ਅਮਰੀਕਾ ਵਿੱਚ ਜਿਹੜੇ ਲੋਕ ਕਿਸੇ ਧਰਮ, ਮਜ਼ਹਬ, ਮਸਲਕ, ਫਿਰਕੇ ਨੂੰ ਬਿਲੋਂਗ ਨਹੀਂ ਕਰਦੇ, ਉਹਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਵੱਧ ਰਹੀ ਹੈ। ਉਹਨਾਂ ਦਾ ਨਾਂ ਹੈਗਾ ਜੀ ਨਨਸ। ਪੜ੍ਹ ਲੈਣਾ ਤੁਸੀਂ ਕਦੇ। ਇੱਕ ਇਹ ਪ੍ਰੋਫੈਸੀ ਫੇਲ। ਦੂਸਰੀ ਆਪਾਂ ਪੜ੍ਹਦੇ ਹਾਂ ਜੀ, ਤੁਸੀਂ ਨਾ ਉਤਪਤੀ ਦੀ ਕਿਤਾਬ 4 ਅਧਿਆਇ ਤੇ ਉਹਦਾ ਵਚਨ ਨੰਬਰ ਖੋਲੋ ਜੀ 17। ਕਿਉਂਕਿ ਉਤਪਤੀ ਦੇ ਵਿੱਚੋਂ ਤੁਸੀਂ ਇਹ ਵੀ ਪੜ੍ਹ ਕੇ ਸੁਣਾਇਆ ਸੀ ਨਾ ਕਿ ਭਵਿੱਖਬਾਣੀ ਹੋਈ ਸੀ। ਤਾਂ ਆਪਾਂ ਪਹਿਲਾਂ ਉਤਪਤੀ ਨੂੰ ਠੀਕ ਕਰ ਲਈਏ, ਪਹਿਲਾਂ ਪੁਰਾਣਾ ਜਿਹੜਾ ਇਹਦਾ ਨਾਮ ਉਹ ਵੀ ਦੇਖ ਲਈਏ ਕਿ ਉਹਦੇ ਵਿੱਚ ਕੀ ਗੜਬੜ ਹੈ। ਉਤਪਤੀ ਯਾਨੀ ਜੈਨੇਸਿਸ
ਅਧਿਆਇ 4 ਤੇ ਵਚਨ ਨੰਬਰ 17। ਕਾਇਨ ਨੇ ਆਪਣੀ ਪਤਨੀ ਨਾਲ ਸੰਗ ਕੀਤਾ ਤੇ ਉਹ ਗਰਭਵਤੀ ਹੋਈ। ਉਸਨੇ ਹਨੋਕ ਨੂੰ ਜਨਮ ਦਿੱਤਾ ਤੇ ਉਸਨੇ ਇੱਕ ਨਗਰ ਬਣਾਇਆ। ਉਸਨੇ ਉਸ ਨਗਰ ਦਾ ਨਾਮ ਆਪਣੇ ਪੁੱਤਰ ਦੇ ਨਾਮ ਉੱਤੇ ਹਨੋਕ ਰੱਖਿਆ। ਇੱਥੇ ਬਾਈਬਲ ਦੇ ਵਿੱਚ ਸ਼ੁਰੂ ਤੋਂ ਤੁਸੀਂ ਪੜ੍ਹ ਲਓ ਕਿ ਬਾਬਾ ਆਦਮ ਤੋਂ ਪਹਿਲਾਂ ਤੇ ਬੇਬੇ ਹੱਵਾ ਤੋਂ ਪਹਿਲਾਂ ਕੋਈ ਇਨਸਾਨ ਇਸ ਜ਼ਮੀਨ ਤੇ ਹੈ ਨਹੀਂ ਸੀ। ਔਰ ਬਾਬਾ ਆਦਮ ਦੇ ਤੇ ਬੇਬੇ ਹੱਵਾ ਦੇ ਬਾਈਬਲ ਦੇ ਮੁਤਾਬਕ ਸਿਰਫ 2 ਬੱਚੇ ਨੇ, ਕੈਨ ਯਾਨੀ ਕਾਇਨ ਤੇ ਹਾਬਲ ਜਾਂ ਹੂਬਲ, ਜੋ ਵੀ ਇੰਗਲਿਸ਼ ਪੰਜਾਬੀ ਜਿਵੇਂ ਬੋਲਣਾ। ਹੁਣ ਇਹ ਦੱਸੋ ਕਿ ਕਾਇਨ ਨੇ ਸ਼ਾਦੀ ਕਿਹੜੀ ਕੁੜੀ ਨਾਲ ਕੀਤੀ? ਕਾਇਨ ਨੇ ਕਿਹੜੀ ਕੁੜੀ ਨਾਲ ਸ਼ਾਦੀ ਕੀਤੀ? ਬਾਈਬਲ ਦੇ ਉਮਰ ਦੇ ਮੁਤਾਬਕ ਇਹ ਜ਼ਮੀਨ 7000 ਤਕਰੀਬਨ 7000 ਸਾਲ ਪੁਰਾਣੀ ਹੈ ਤੇ 5000 ਬਾਬਾ ਆਦਮ ਤੋਂ 5000 ਸਾਲ ਬਾਅਦ ਯਿਸੂ ਮਸੀਹ ਇਸ ਜ਼ਮੀਨ ਤੇ ਆਏ ਤੇ ਉਹਨਾਂ ਨੇ ਇਹ ਕਿਉਂ ਨਾ ਦੱਸਿਆ ਕਿ ਕਾਇਨ ਦੀ ਘਰਵਾਲੀ ਕਿੱਥੋਂ ਆਈ, ਕੌਣ ਸੀ? ਇਹ ਜਵਾਬ ਦਿਓ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਵੀਡੀਓ ਮੈਂ ਅਲੱਗ-ਅਲੱਗ ਕਿਸ਼ਤਾਂ ਵਿੱਚ ਬਣਾਵਾਂਗਾ। ਮੇਰਾ ਨਾਮ ਚਰਨਜੀਤ ਖੋਜੀ। ਔਰ ਇੱਕ ਪਾਲ ਭਾਜੀ ਤੁਹਾਡੇ ਵਾਸਤੇ ਇੱਕ ਹੋਰ ਮੇਰੇ ਵੱਲੋਂ ਮਸ਼ਵਰਾ ਕਿ ਸਭ ਤੋਂ ਪਹਿਲਾਂ ਪੌਲ ਰਸੂਲ ਦੇ ਜਿਹੜੇ ਖਤ ਨੇ ਉਹ ਪੜ੍ਹੋ। ਰੂਮੀਆਂ ਤੋਂ ਲੈ ਕੇ ਥੈਸਲੋਨੀਅਨ ਤੱਕ, ਥੈਸਲੋਨੀਆ ਜਿਹੜੇ ਉਹਨਾਂ ਦੇ ਹੈਗੇ ਨੇ ਖਤ ਸਾਰੇ ਪਹਿਲਾਂ ਉਹ ਪੜ੍ਹੋ। ਸਭ ਤੋਂ ਪੁਰਾਣਾ ਨਵਾਂ ਏਧਨਾਮਾ ਉਹ ਖਤ ਨੇ, ਬਾਕੀ ਸਾਰਾ ਕੁਝ ਬਾਅਦ 'ਚ ਲਿਖਿਆ ਗਿਆ। ਇਹ ਮਸੀਹੀ ਜਿਹੜੇ ਇਤਿਹਾਸਕਾਰ ਨੇ ਉਹਨਾਂ ਦਾ ਕਹਿਣਾ, ਮੇਰਾ ਨਹੀਂ ਹੈ। ਔਰ ਇਹ ਜਿਹੜੇ 4 ਨਾਮ ਨੇ ਮਾਰਕ, ਮੱਤੀ, ਲੂਕਾ ਤੇ ਯੋਹੰਨਾ, ਇਹ ਫਰਜ਼ੀ ਨਾਮ ਨੇ। ਕੈਥਲਿਕ ਐਨਸਾਈਕਲੋਪੀਡੀਆ ਜਾ ਕੇ ਪੜ੍ਹ ਲਓ, ਉਹਨਾਂ ਦਾ ਲਿਖਿਆ ਹੋਇਆ। ਮੈਂ ਕੋਲੋਂ ਨਹੀਂ ਕਹਿ ਰਿਹਾ, ਮੈਂ ਤਾਂ ਸਿਰਫ ਸਗੋਂ ਜਿਹੜੀ ਡਿਊਟੀ ਤੁਹਾਡੇ ਵਾਸਤੇ ਕਰ ਰਿਹਾ ਕਿ ਤੁਹਾਨੂੰ ਸੱਚ ਦਾ ਪਤਾ ਲੱਗੇ। ਮੈਨੂੰ ਪਤਾ ਤੁਹਾਨੂੰ ਇੱਕ ਵਾਰੀ ਤਾਂ ਮੇਰੀ ਵੀਡੀਓ ਦੇਖ ਕੇ ਗੁੱਸਾ ਆਉਂਦਾ ਹੋਵੇਗਾ, ਪਰ ਅਸਲ ਵਿੱਚ ਮੈਂ ਤੁਹਾਨੂੰ ਸੱਚ ਦੱਸ ਰਿਹਾ ਜੀ। ਜਾਂ ਤਾਂ ਮੈਨੂੰ ਝੁਠਲਾਓ, ਔਰ ਜੇ ਤੁਸੀਂ ਝੁਠਲਾ ਦਿਓ ਤੇ ਮੈਂ ਸਾਰੇ ਬਾਜ਼ਾਰ ਮਾਫੀ ਮੰਗ ਲਾਂਗਾ। ਪਰ ਮੈਂ ਤੁਹਾਨੂੰ ਦੱਸ ਰਿਹਾ ਜੇ ਤੁਹਾਡੇ ਫਾਇਦੇ ਦੀ ਗੱਲ ਜੇ। ਵੇਖਦੇ ਰਹਿਣਾ। ਇਹਦੇ ਮੈਂ ਅੱਗੇ ਜਾ ਕੇ 4-5 ਜਿੰਨੀਆਂ ਵੀ ਵੀਡੀਓ ਬਣਾਉਣ, ਪਾਲ ਮਸੀਹ ਭਾ ਦੇ ਸਾਰੇ ਇੱਕ ਜਿਹੜੇ ਵਚਨ ਹੈਗੇ ਨੇ ਉਹਨਾਂ 'ਤੇ ਵੀਡੀਓ ਬਣਾ ਕੇ ਭੇਜਾਂਗਾ। ਬਹੁਤ ਬਹੁਤ ਧੰਨਵਾਦ ਜੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਸੈਕੂਲਰ ਜ਼ੋਨ, ਮੈਂ ਚਰਨਜੀਤ ਖੋਜੀ।